नहीं हो सकता जी, दिन बहुत लगते हैं। सिर्फ 10-15 दिन कणक बीजण का समा हुंदा, इन्ने समय ਦੇ ਵਿੱਚ ਅਸੀਂ ਕਿੱਥੋਂ ਬਿਜਾਈ ਕਰ ਲਾਂਗੇ। ਉਨਾ ਹੀ ਕਰਾਇਆ ਦੂ ਜਿਹੜੀ ਸਾਡੀ 5-4 ਕਿੱਲਿਆਂ 'ਚ ਫਸਲ ਹੋਊਗੀ ਉਹ ਕਿਰਾਏ ਵਾਲਾ ਲੈ ਜੂ। ਅਸੀਂ ਇਹਨਾਂ ਨੂੰ ਥੋੜਾ ਜਿਹਾ ਕੇਜਰੀਵਾਲ ਵੀ ਉੱਪਰੋਂ ਤੰਗ ਕਰ ਰਿਹਾ, ਕਿਉਂਕਿ ਕੇਜਰੀਵਾਲ ਕੋਲ ਹੀ ਜ਼ਿਆਦਾ ਧੂਆਂ ਜਾ ਰਿਹਾ ਪੰਜਾਬ ਦਾ। ਮੋਦੀ ਕੋਲੇ ਨਹੀਂ ਇੰਨਾ ਜਾਂਦਾ ਜਿੰਨਾ ਕੇਜਰੀਵਾਲ ਕੋਲੇ ਜਾਂਦਾ ਹੈ, ਤੇ ਸੋਸਾਇਟੀ ਦੇ ਵਿੱਚ ਵੀ ਨਹੀਂ। ਜੇ ਸਰਕਾਰ ਚਾਹੇ ਤਾਂ ਸਰਕਾਰ ਕਰ ਬਹੁਤ ਕੁਝ ਸਕਦੀ ਹੈ। ਪੰਜਾਬ ਦੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਕਿਸਾਨਾਂ ਨੂੰ ਰੋਕਣ ਦੇ ਲਈ ਸਰਕਾਰ ਹਰ ਸੰਭਵ ਯਤਨ ਕਰਦੀ ਆਈ ਹੈ, ਪਰ ਕਿਸਾਨ ਆਪਣੀ ਮਜਬੂਰੀ ਦੱਸਦੇ ਆਏ ਨੇ। ਤੋਂ ਦੱਸਦੀ ਹੈ ਕਿ ਪੂਰੇ ਪੰਜਾਬ ਦੇ ਵਿੱਚ 75 ਲੱਖ ਏਕੜ ਦੇ ਵਿੱਚ ਝੋਨੇ ਦੀ ਖੇਤੀ ਹੁੰਦੀ ਹੈਗੀ। ਤੇ ਗੱਲ ਕੀਤੀ ਜਾਵੇ ਤਾਂ ਸਰਕਾਰਾਂ, ਪਿਛਲੇ ਸਰਕਾਰਾਂ ਦੇ ਦੌਰਾਨ 4 ਸਾਲਾਂ ਦੇ ਦੌਰਾਨ ਮੈਂ ਗੱਲ ਕਰਾਂ ਤਾਂ 4 ਸਾਲਾਂ ਦੇ ਦੌਰਾਨ 90,000 ਦੇ ਕਰੀਬ ਜਿਹੜੇ ਸੰਦ ਨੇ ਜਿਹੜੇ ਕਿ ਇਸ ਪਰਾਲੀ ਦੀ ਰਹਿੰਦ ਖੂੰਹਦ ਨੂੰ ਮਿੱਟੀ ਦੇ ਵਿੱਚ ਮਿਲਾਉਂਦੇ ਨੇ, ਜਿਹੜਾ ਦਾਅਵਾ ਖੇਤੀਬਾੜੀ ਵਿਭਾਗ ਕਰਦਾ ਹੈ ਜਾਂ ਸਮੇਂ ਦੀ ਸਰਕਾਰ ਕਰਦੀ ਹੈ ਕਿ ਇਸ ਦੇ ਨਾਲ ਪਰਾਲੀ ਦਾ ਹੱਲ ਕੀਤਾ ਜਾਂਦਾ, ਪਰ ਕਿਸਾਨ ਉਸ ਨੂੰ ਨਹੀਂ ਮੰਨਦੇ। ਪਰ 90,000 ਸੰਦ ਪਿਛਲੇ 4 ਸਾਲਾਂ 'ਚ ਦਿੱਤਾ ਗਿਆ ਤੇ ਇਸ ਵਾਰ ਟੀਚਾ ਰੱਖਿਆ ਗਿਆ 30,000 ਸੰਦ, ਜਿਹਦੇ ਵਿੱਚ ਕਿ ਰੋਟਾਵੀਟਰ ਆਉਂਦਾ ਹੈ, ਸੁਪਰ ਸੀਡਰ ਆਉਂਦਾ, ਜਿਹਦੇ ਨਾਲ ਕਿ ਸਿੱਧਾ ਬਿਜਾਇਆ ਜਾਂਦਾ ਝੋਨੇ ਦੀ ਫਸਲ ਤੋਂ ਬਾਅਦ, ਕਟਾਈ ਤੋਂ ਬਾਅਦ ਖੇਤਾਂ ਦੇ ਵਿੱਚ ਇਸੇ ਤਰ੍ਹਾਂ ਹੀ ਬਿਜਾਈ ਕੀਤੀ ਜਾਂਦੀ ਹੈ। ਤਾਂ 400 ਕਰੋੜ ਰੁਪਏ ਦਾ ਬਜਟ ਇਸ ਵਾਰ ਆਮ ਆਦਮੀ ਪਾਰਟੀ ਸਰਕਾਰ ਰੱਖ ਰਹੀ ਹੈ ਕਿ ਕਿਸਾਨਾਂ ਨੂੰ ਅਸੀਂ ਅੱਗ ਲਾਉਣ ਨਹੀਂ ਦੇਵਾਂਗੇ, ਤਾਂ ਇੰਨੇ ਸੰਦ ਮੁਹੱਈਆ ਕਰਾਵਾਂਗੇ। ਅਗਰ ਜੋੜ ਲਿਆ ਜਾਵੇ ਤਾਂ 90,000 ਪਹਿਲਾਂ ਵਾਲੇ ਸੰਦ ਅਤੇ 30,000 ਹੁਣ ਜਿਹੜੀ ਸਰਕਾਰ ਇੱਕ ਟੀਚਾ ਰੱਖ ਰਹੀ ਹੈ, ਜਿਹਦੇ ਵਿੱਚੋਂ ਕਿ 21,000 ਦੇ ਕਰੀਬ ਇਸ ਵਾਰ ਕਿਸਾਨਾਂ ਵੱਲੋਂ ਅਪਲਾਈ ਕੀਤਾ ਜਾ ਚੁੱਕਿਆ ਹੈਗਾ। ਇਹ ਸੰਦ ਜਾਂ ਕਿਸਾਨਾਂ ਨੂੰ ਸੰਦ ਮਿਲ ਚੁੱਕੇ ਨੇ ਜਾਂ ਫਿਰ ਕਿਸਾਨਾਂ ਨੇ ਸੰਦ ਲੈਣੇ ਨੇ। ਸਬਸਿਡੀ ਹਜੇ ਕਿਸੇ ਕਿਸਾਨ ਦੇ ਖਾਤੇ ਦੇ ਵਿੱਚ ਨਹੀਂ ਆਈ, ਕਿਉਂਕਿ ਜਦੋਂ ਤੁਸੀਂ ਸੰਦ ਅਪਲਾਈ ਕਰਦੇ ਹੋ ਤਾਂ ਅਪਲਾਈ ਕਰਨ ਤੋਂ ਬਾਅਦ ਉਹ ਸਬਸਿਡੀ ਜਿਹੜੀ ਉਹਨਾਂ ਦੇ ਖਾਤੇ ਦੇ ਵਿੱਚ ਪੈਂਦੀ ਆ। ਹੁਣ ਗੱਲ ਆਉਂਦੀ ਹੈ ਕਿ 75 ਲੱਖ ਏਕੜ ਦੇ ਵਿੱਚ ਝੋਨੇ ਦੀ ਖੇਤੀ ਹੁੰਦੀ ਆ, ਤਾਂ 1,20,000 ਦੇ ਕਰੀਬ ਸੰਦ ਜਿਹੜੇ ਪਹੁੰਚਾਏ ਗਏ ਨੇ। ਅਗਰ ਗੱਲ ਕੀਤੀ ਜਾਵੇ ਤਾਂ ਜਿਹੜਾ ਇਹ ਰੋਟਾਵੀਟਰ ਮਸ਼ੀਨ ਹੈ ਜਾਂ ਫਿਰ ਹੈਪੀ ਸੀਡਰ ਮਸ਼ੀਨ ਹੈ, ਜਿਸ ਦੇ ਨਾਲ ਇਹ ਖੇਤੀ ਕੀਤੀ ਜਾਂਦੀ ਹੈ, ਤਾਂ ਉਹ ਮੈਕਸੀਮਮ ਤੌਰ ਦੇ ਉੱਪਰ ਜ਼ਿਆਦਾ ਖੇਤ ਨੂੰ ਵਾਹੀ ਦਾ ਕੰਮ ਨਹੀਂ ਕਰ ਸਕਦੀ, ਜੇ ਕਹਿ ਸਕੀਏ, ਕਿਉਂਕਿ ਕਿਸਾਨ ਦੇ ਕੋਲ ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਦੇ ਲਈ ਮਹਿਜ 10 ਤੋਂ ਲੈ ਕੇ 15 ਦਿਨ ਦਾ ਸਮਾਂ ਹੁੰਦਾ ਹੈ, ਕਿਉਂਕਿ ਕਿਸਾਨ ਨੇ ਉਸੇ ਜਿਹੜੀ ਆਪਣੀ ਪੰਜਾਬੀ ਦੇ ਵਿੱਚ ਕਹਿ ਦੇਣਾ ਕਿ ਜਿਹੜੀ ਗਿੱਲ ਹੁੰਦੀ ਆ, ਕਿਉਂਕਿ ਨਰਮ ਬਾਹਾਂ ਦੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ, ਤਾਂ ਉਸੇ ਦੇ ਤਹਿਤ ਹੀ ਜਿਹੜਾ ਉਸਦੀ ਬਿਜਾਈ ਕਰਨੀ ਹੁੰਦੀ ਹੈ। ਤਾਂ ਇਸ ਲਈ ਕਿਸਾਨ ਆਪਣੀ ਮਜਬੂਰੀ ਦੱਸਦਾ ਹੈ ਕਿ ਉਹ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ, ਅੱਗ ਲਾਉਣ ਤੋਂ ਬਾਅਦ ਖੇਤ ਖਾਲੀ ਹੋ ਜਾਂਦਾ ਤੇ ਫਿਰ ਕਣਕ ਦੀ ਬਿਜਾਈ ਹੁੰਦੀ ਹੈ। ਇਹ ਪੂਰਾ ਮਾਮਲਾ ਜਿਹੜਾ ਤੁਹਾਨੂੰ ਵਿਸਤਾਰ ਦੇ ਨਾਲ ਸਮਝਾਇਆ। ਹੁਣ ਸਰਕਾਰ ਦਾ ਤਰਕ ਇਹ ਹੈ ਕਿ ਇਸ ਵਾਰ ਪੰਜਾਬ ਦੇ ਵਿੱਚ ਅੱਗ ਲੱਗਣ ਨਹੀਂ ਦਿੱਤੀ ਜਾਏਗੀ, ਪਰ ਕਿਸਾਨ ਇਸ ਵਾਰ ਵੀ ਕਹਿ ਰਿਹਾ ਕਿ ਇੰਨੇ ਬਜਟ ਰੱਖਣ ਦੇ ਬਾਵਜੂਦ ਵੀ, ਇੰਨੇ ਸੰਦ ਮੁਹੱਈਆ ਹੋਣ ਦੇ ਬਾਵਜੂਦ ਵੀ ਉਹ ਖੇਤਾਂ ਦੇ ਵਿੱਚ ਖੜੀ ਪਰਾਲੀ ਨੂੰ ਅੱਗ ਲਾਵੇਗਾ, ਜਾਣੀ ਕਿ ਸਰਕਾਰ ਦੀਆਂ ਮੁਸ਼ਕਲਾਂ ਵਧਣਗੀਆਂ। ਇਸ ਤੋਂ ਇਲਾਵਾ 10,000 ਦੇ ਕਰੀਬ ਜਿਹੜਾ ਸਰਕਾਰ ਨੇ ਸਰਕਾਰੀ ਅਮਲਾ ਹੈ ਇਹਨਾਂ ਕਿਸਾਨਾਂ ਦੇ ਉੱਪਰ ਨਜ਼ਰ ਰੱਖਣ ਦੇ ਲਈ ਲਗਾ ਦਿੱਤਾ ਹੈ ਕਿ ਜਿਸ ਖੇਤ ਦੇ ਵਿੱਚ ਅੱਗ ਲੱਗੇਗੀ ਰਿਪੋਰਟ ਦੇ ਹੋਊਗੀ, ਕਿਉਂਕਿ ਇਸ ਤੋਂ ਪਹਿਲਾਂ ਵੀ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ ਕਿਸਾਨਾਂ ਦੇ ਉੱਪਰ ਮਾਮਲੇ ਦਰਜ ਕੀਤੇ ਗਏ ਨੇ, ਪਰਚੇ ਦਰਜ ਕੀਤੇ ਗਏ ਨੇ ਪੰਜਾਬ ਦੇ ਵਿੱਚ। ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਤਾਂ ਵੱਡੇ ਪੱਧਰ ਦੇ ਉੱਪਰ ਕਿਸਾਨ ਸੰਗਠਨ ਇੱਥੇ ਮੌਜੂਦ ਨੇ, ਤਾਂ ਕਿਸੇ ਕਿਸਾਨ ਨੇ ਉਹ ਜਿਹੜਾ ਹਰਜਾਨਾ ਉਹ ਨਹੀਂ ਭਰਿਆ। ਕਿਸਾਨ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਨਾ ਭਰਾਂਗੇ ਨਾ ਅੱਗੇ ਭਰਾਂਗੇ। ਉਹ ਕਹਿ ਰਹੇ ਨੇ ਕਿ ਸਾਨੂੰ ਕੋਈ ਹੱਲ ਦਿਓ। ਹੱਲ ਕੀ ਦਿਓ? ਜਾਂ ਤਾਂ ਤੁਸੀਂ ਇਸ ਫਸਲ ਦੇ ਉਲਟ ਕੋਈ ਹੋਰ ਫਸਲ ਦਿਓ ਜਿਹੜੀ ਅਸੀਂ ਬੀਜੀ, ਅਸੀਂ ਝੋਨਾ ਛੱਡ ਦਈਏ। ਪਰ ਪਿਛਲੀ ਵਾਰ ਕਣਕ ਦੀ ਫਸਲ ਵੀ ਬੇਹੱਦ ਘੱਟ ਨਿਕਲੀ। ਕਿਸਾਨਾਂ ਦਾ ਮੰਨਣਾ ਹੈ ਕਿ ਜੇ ਅਗਰ ਅਸੀਂ ਸਿੱਧੀ ਬਿਜਾਈ ਕੀਤੀ, ਮਤਲਬ ਕਿ ਸਿੱਧਾ ਝੋਨੇ ਤੋਂ ਬਾਅਦ ਕਣਕ ਦੀ ਬਿਜਾਈ ਇਹਨਾਂ ਮਸ਼ੀਨਾਂ ਰਾਹੀਂ ਦਿੱਤੀ, ਜਿਹੜੀ ਕਿ ਸਰਕਾਰ ਦਾਅਵੇ ਕਰ ਰਹੀ ਹੈ ਕਿ ਕਰੋੜਾਂ ਰੁਪਏ ਦਿੱਤਾ, ਤਾਂ ਉਸ ਦੇ ਹਿਸਾਬ ਦੇ ਨਾਲ ਖੇਤਾਂ ਦੇ ਵਿੱਚ ਇੱਕ ਸੁੰਡ ਪੈਦਾ ਹੋਇਆ ਜਿਹੜਾ ਕਿ ਕਣਕ ਦੀ ਫਸਲ ਨੂੰ ਖਾ ਗਿਆ। ਪਰ ਹੁਣ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਅਸੀਂ 2500 ਰੁਪਏ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕਿਸਾਨ ਨੂੰ ਇੱਕ ਰਾਸ਼ੀ ਦੇਵਾਂਗੇ, ਜਿਸ ਦੇ ਨਾਲ ਆਪਣੇ ਉਹ ਖੇਤ ਖਾਲੀ ਕਰ ਸਕਦਾ ਹੈ। ਤਾਂ ਕੁਛ ਹੱਦ ਤੱਕ ਕੁਝ ਕਿਸਾਨ ਜਥੇਬੰਦੀਆਂ ਜਾਂ ਕੁਝ ਕਿਸਾਨ ਸਹਿਮਤ ਵੀ ਹੋਏ ਸੀ ਕਿ ਅਸੀਂ ਇਹ ਸਭ ਕੁਝ ਦੇ ਦੇਵਾਂਗੇ ਤੇ ਅਸੀਂ ਆਪਣੀ ਪਰਾਲੀ ਦਾ ਹੱਲ ਆਪ ਕਰ ਲਵਾਂਗੇ। ਪਰ ਲੇਕਿਨ ਹੁਣ ਸੈਂਟਰ ਸਰਕਾਰ ਨੇ ਵੀ ਆਪਣਾ ਹੱਥ ਪਿੱਛੇ ਖਿੱਚ ਲਿਆ ਤੇ ਕੱਲ ਖੇਤੀਬਾੜੀ ਮੰਤਰੀ ਧਾਲੀਵਾਲ ਸਾਹਿਬ ਦਾ ਵੀ ਬਿਆਨ ਸਾਹਮਣੇ ਆ ਗਿਆ ਕਿ ਅਸੀਂ ਉਹ 500 ਰੁਪਇਆ ਵੀ ਨਹੀਂ ਦੇਵਾਂਗੇ, ਅਸੀਂ ਉਲਟਾ ਉਹ ਸੰਦਾਂ ਦੇ ਉੱਪਰ ਸਬਸਿਡੀ ਦਿਆਂ। ਹੁਣ ਅਸੀਂ ਇੱਕ ਪਿੰਡ ਦੀ ਸੱਥ ਵਿੱਚ ਖੜੇ ਹਾਂ, ਜਿੱਥੇ ਇੱਕ ਕਿਸਾਨ ਨੇ ਜਿਹੜੇ ਕਿ ਲੰਮੇ ਸਮੇਂ ਤੋਂ ਖੇਤੀ ਦੇ ਧੰਦੇ ਨਾਲ ਜੁੜੇ ਹੋਏ ਨੇ, ਕਿਉਂਕਿ ਪੰਜਾਬ ਦੇ ਪਿੰਡਾਂ ਦਾ ਜ਼ਿਆਦਾਤਰ ਖੇਤੀ ਨਾਲ ਹੀ ਲਗਾਵ ਆ। ਖੇਤੀਬਾੜੀ ਤੋਂ ਹੀ ਉਹਨਾਂ ਦੇ ਕੰਮਕਾਜ ਚੱਲਦੇ ਨੇ, ਖੇਤੀਬਾੜੀ ਸਿਰ ਦੇ ਉੱਪਰ ਹੀ ਉਹ ਆਪਣੇ ਬੱਚਿਆਂ ਦੀ ਐਜੂਕੇਸ਼ਨ ਕਰਦੇ ਨੇ, ਖੇਤੀਬਾੜੀ ਦੇ ਉੱਪਰ ਹੀ ਉਹ ਡਿਪੈਂਡ ਨੇ, ਤਾਂ ਖੇਤੀਬਾੜੀ ਨਾਲ ਹੀ ਆਪਣੇ ਬੱਚਿਆਂ ਦੇ ਵਿਆਹ ਸ਼ਾਦੀਆਂ ਕਰਦੇ ਨੇ। ਪਰ ਅੱਜ ਜ਼ਿਆਦਾਤਰ ਪੰਜਾਬ ਦੇ ਪਿੰਡ ਖਾਲੀ ਹੋ ਰਹੇ ਨੇ, ਇਹਨਾਂ ਕਿਸਾਨਾਂ ਦੇ ਬੱਚੇ ਹੀ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ। ਕਾਰਨ
ਇਹੀ ਹੈ ਕਿ ਬਚਦਾ ਕੁਝ ਨਹੀਂ। ਹਰ ਵਾਰ ਨਵੀਂ ਮਸ਼ੀਨਰੀ ਆ ਜਾਂਦੀ ਹੈ, ਪੁਰਾਣੀ ਮਸ਼ੀਨਰੀ ਨੂੰ ਕਬਾੜ ਬਣਾ ਦਿੱਤਾ ਜਾਂਦਾ। ਕਿਸਾਨਾਂ ਨਾਲ ਗੱਲਬਾਤ ਕਰਾਂਗੇ। ਬਾਈ ਜੀ, ਕੀ ਮੈਂ ਜਿਹੜੇ ਫੈਕਟ ਰੱਖੇ ਨੇ ਇਹ ਬਿਲਕੁਲ ਸਹੀ ਨੇ? ਬਿਲਕੁਲ ਸਹੀ ਨੇ ਜੀ, 100% ਸਹੀ ਨੇ। ਤੇ ਹੁਣ ਕਿਵੇਂ ਮੰਨਦੇ ਹੋ ਕਿ ਸਰਕਾਰ ਕਹਿ ਰਹੀ ਆ ਕਿ 400 ਕਰੋੜ ਰੁਪਏ ਇਸ ਵਾਰ ਸਰਕਾਰ ਨੇ ਰੱਖਿਆ ਹੈਗਾ ਕਿ ਕਿਸਾਨਾਂ ਨੂੰ ਅੱਗ ਨਹੀਂ ਲਾਉਣ ਦੇਵਾਂਗੇ, ਅਸੀਂ ਉਹਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਵਾਂਗੇ। 90,000 ਸੰਦ ਪਿਛਲੇ 4 ਸਾਲਾਂ 'ਚ ਆ ਚੁੱਕਿਆ ਹੈਗਾ ਤੇ 30,000 ਦਾ ਟੀਚਾ ਇਸ ਵਾਰ ਮੰਨਿਆ ਜਾ ਚੁੱਕਿਆ ਹੈ। 21,000 ਦੇ ਸੰਦ 21,000 ਕਿਸਾਨਾਂ ਨੇ ਅਪਲਾਈ ਕਰ ਲਿਆ। ਕਿ ਇੰਨੇ ਸੰਦਾਂ ਦੇ ਨਾਲ 75 ਲੱਖ ਏਕੜ ਦੇ ਵਿੱਚ ਜਿਹੜਾ ਝੋਨਾ ਬੀਜਿਆ ਜਾਂਦਾ, ਕੀ ਲੱਗਦਾ ਨਹੀਂ ਕਿ ਤੁਹਾਨੂੰ ਇੰਨਾ ਸੰਦ ਮੁਹੱਈਆ ਕਰਵਾਤਾ, ਇੰਨਾ ਪੈਸਾ ਸਰਕਾਰ ਨੇ ਦਿੱਤਾ, ਫਿਰ ਵੀ ਤੁਸੀਂ ਕਹਿ ਰਹੇ ਹੋ ਕਿ ਅੱਗ ਲਾਵਾਂਗੇ? ਨਹੀਂ ਜੀ, ਇਹ ਜਿਹੜੇ ਸੰਦ ਮੁਹੱਈਆ ਕਰਾਉਣ ਦੀ ਗੱਲ ਹੈ ਜਾਂ ਪੈਸੇ ਦੀ ਹੈ, ਇਹ ਸਿਰਫ ਕਾਗਜ਼ਾਂ ਤੱਕ ਹੀ ਸੀਮਤ ਹੈ ਜੀ। ਸਾਡੇ ਪਿੰਡ ਦੇ ਵਿੱਚ ਜਿੰਨੀਆਂ ਵੀ ਇੱਕ ਸਬਸਿਡੀ ਨਿਕਲੀ ਆਹ ਸੀਜ਼ਨ ਦੇ ਵਿੱਚ, ਜਿਹੜਾ ਇਹ ਕਹਿੰਦੇ ਨੇ ਵੀ 30,000 ਸੰਦ ਦੇਣਾ ਜਾਂ ਜੋ ਵੀ ਦੇਣਾ, ਇੱਕ ਬੰਦੇ ਦੀ ਸਬਸਿਡੀ ਆਈ ਹੈ। ਤੇ ਸੁਸਾਇਟੀ ਦੇ ਵਿੱਚ ਵੀ ਨਹੀਂ, ਜੇ ਸਰਕਾਰ ਚਾਹੇ ਤਾਂ ਸਰਕਾਰ ਕਰ ਬਹੁਤ ਕੁਝ ਸਕਦੀ ਹੈ। ਤੁਸੀਂ ਅਪਲਾਈ ਕੀਤਾ? ਇੰਨੇ ਕਿਸਾਨਾਂ 'ਚੋਂ ਕਿਸੇ ਨੇ, ਬਾਪੂ ਜੀ, ਇੰਨੇ ਕਿਸਾਨਾਂ 'ਚੋਂ ਕਿਸੇ ਨੇ ਅਪਲਾਈ ਕਰਿਆ ਸੀ ਸੰਦਾਂ ਲੈਣ? ਕੀਤਾ ਜੀ, ਸਾਡੇ ਕੀਤੇ ਹੋਣੇ ਅਪਲਾਈ, ਸੁਪਰ ਸੀਡਰ ਲਈ ਅਪਲਾਈ ਕੀਤੇ। ਨਿਕਲਿਆ ਨਹੀਂ, ਇੱਕ ਆਈ ਆ ਚੰਗਾਲ ਦੇ ਵਿੱਚ, ਕਮ ਸੇ ਕਮ 100 ਐਪਲੀਕੇਸ਼ਨ ਚੰਗਾਲ ਦੀ ਹੋਣੀ ਹੈ। ਕਿੰਨੀ ਆਬਾਦੀ ਕਿੰਨੀ ਹੈ ਉਰੇ, ਕਿੰਨੇ ਪਿੰਡ ਦੀ ਆਬਾਦੀ? ਤਕਰੀਬਨ 18-1900 ਵੋਟ ਹੈ ਆਬਾਦੀ, ਦੇਖ ਲਓ ਤੁਸੀਂ। 1800 ਵੋਟ ਹੈਗੀ। ਮਤਲਬ ਕਿ ਇਸ ਤੋਂ ਪਹਿਲਾਂ ਇਹ ਸੰਦ ਜਿਹੜੇ ਮੁਹੱਈਆ ਕਰਵਾਏ ਗਏ ਨੇ, ਜਾਂ ਸੁਪਰ ਸੀਡਰ ਕਹਿ ਲਓ ਜਾਂ ਰੋਟਾਵੇਟਰ, ਪਹਿਲਾਂ ਕਿੰਨੇ ਕੁ ਸੰਦ ਨੇ ਪਿੰਡਾਂ ਦੇ ਵਿੱਚ? ਤਕਰੀਬਨ 4-5 ਸੁਪਰ ਸੀਡਰ ਹੋਣੇ ਜੀ ਸਾਡੇ ਚੰਗਾਲ ਦੇ ਵਿੱਚ, ਬਸ ਇਸ ਤੋਂ ਜ਼ਿਆਦਾ ਨਹੀਂ। ਰੋਟਾਵੇਟਰ ਤਾਂ ਚਲੋ ਆਮ ਹੈ, ਉਹ ਤਾਂ ਆਮ। ਰੋਟਾਵੇਟਰ ਕੰਮ ਨਹੀਂ ਕਰਦਾ? ਰੋਟਾਵੇਟਰ ਤਾਂ ਫਿਰ ਉਹ ਫੂਸ ਮਚਾ ਕੇ ਕੰਮ ਕਰਦਾ ਨਾ, ਜਿੱਦਾਂ ਇਹ ਕਹਿੰਦੇ ਨੇ ਵੀ ਅਸੀਂ ਬਿਲਕੁਲ ਨਹੀਂ ਅੱਗ ਲੱਗਣ ਦੇਣੀ, ਉਹਦੇ ਲਈ ਤਾਂ ਫਿਰ ਸਾਨੂੰ ਸੁਪਰ ਸੀਡਰ ਹੀ ਚਾਹੀਦਾ। ਸੁਪਰ ਸੀਡਰ ਲਈ ਮਾਰਾ ਟਰੈਕਟਰ ਨਹੀਂ ਖਿੱਚਦਾ ਉਹਨੂੰ। ਅੱਛਾ, ਜਿਵੇਂ ਮੈਂ ਸੁਪਰ ਸੀਡਰ ਦੀ ਗੱਲ ਕਰਦੇ ਹਾਂ, ਕਿਉਂਕਿ ਨਵੀਂ ਤਕਨੀਕ ਦੇ ਨਾਲ ਕਿਸਾਨ ਲੈ ਕੇ ਆਏ ਨੇ, ਸਰਕਾਰ ਲੈ ਕੇ ਆਈ ਹੈ ਕਿਸਾਨਾਂ ਦੇ ਲਈ ਕਿ ਤੁਸੀਂ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਾਵੋਗੇ, ਸਿੱਧਾ ਖੇਤ ਦੇ ਵਿੱਚ ਨਸ਼ਟ ਕਰੋਗੇ ਤਾਂ ਇਦਾਂ ਹੀ ਕਣਕ ਦੀ ਬਿਜਾਈ ਹੋ ਜੂਗੀ। ਤਾਂ ਇੱਕ ਸੁਪਰ ਸੀਡਰ ਇੱਕ ਦਿਹਾੜੀ ਦੇ ਵਿੱਚ ਕਿੰਨੇ ਖੇਤ ਨੂੰ ਬਣ ਕੇ ਕਣਕ ਬੀਜ ਸਕਦਾ? ਸੁਪਰ ਸੀਡਰ ਤਾਂ 5-7 ਕਿੱਲੇ ਮਸਾਂ ਬੀਜਦਾ ਹੋਣਾ ਜੀ ਇੱਕ ਦਿਹਾੜੀ ਦੇ ਵਿੱਚ। ਔਰ ਡੀਜ਼ਲ ਹੀ ਬਹੁਤ ਮਹਿੰਗਾ। ਜਾਂ ਤਾਂ ਸਰਕਾਰ ਸਾਨੂੰ ਡੀਜ਼ਲ ਤੇ ਕੋਈ ਸਬਸਿਡੀ ਵਗੈਰਾ ਦੇਵੇ, ਜਿਹੜਾ ਇਦਾਂ ਦਾ ਹੁਣ 100 ਰੁਪਏ ਲੀਟਰ ਨੂੰ ਕਿੰਨਾ ਤੇਲ ਖਾ ਜਾਣਾ ਉਹਦੇ ਤੇ, 1 ਕਿੱਲੇ ਤੇ ਖਰਚਾ ਬਹੁਤ ਆਉਂਦਾ। ਨੰਬਰ 2 ਤੇ ਵੀ ਇੰਨੇ ਸੰਦ ਹੀ ਨਹੀਂ, ਇੰਨੀ ਬਿਜਾਈ ਕਿਉਂ, ਥੋੜਾ ਸਮਾਂ ਹੁੰਦਾ ਬਿਜਾਈ ਦਾ, ਜਿਹੜਾ ਰਾਉਣੀ ਉਹੀ ਰੱਖਣੀ ਪੈਂਦੀ ਹੈ। ਤੁਹਾਡੇ ਪਿੰਡ ਦੇ ਵਿੱਚ 5 ਸੁਪਰ ਸੀਡਰ ਨੇ ਕਹਿ ਸਕਦੇ ਹਾਂ, ਜ਼ੋਰ ਮਾਰ ਕੇ ਮਸਾਂ ਹੋਣਗੇ ਜੀ, ਅਪਰੋਕਸੀਮੇਟਲੀ ਘੱਟ ਹੀ ਹੋ ਸਕਦੇ। ਏਕੜ ਕਿੰਨੇ ਨੇ? ਜੇ ਅਗਰ ਆਪਾਂ ਕਹੀਏ ਝੋਨਾ ਕਿੰਨੇ ਏਕੜ, ਲਗਭਗ ਰਕਬਾ ਕਿੰਨਾ ਹੋਵੇਗਾ ਲਗਭਗ ਅੰਦਾਜ਼ਾ? ਰਕਬਾ ਤਾਂ ਇਹ ਅਸਲ ਬਜ਼ੁਰਗਾਂ ਨੂੰ ਪਤਾ ਜੀ, ਕਿੰਨਾ ਕੁ ਰਕਬਾ ਹੋਵੇਗਾ ਬਜ਼ੁਰਗੋ ਲਗਭਗ? ਇੱਧਰ ਪਤਾ ਰਕਬਾ ਕਿੰਨਾ ਹੋਊਗਾ? ਪਤਾ ਹੋਊਗਾ 900 ਕੁਛ ਵਿਗੇ, 1000 ਤੋਂ ਥੋੜਾ, 10,000 ਤੋਂ ਥੋੜਾ ਜਿਹਾ ਘੱਟ ਹੈ। 10,000 ਏਕੜ ਤੋਂ ਥੋੜਾ ਜਿਹਾ ਘੱਟ ਹੈ ਜੀ। ਮਤਲਬ ਕਿ ਲਗਭਗ ਕਹਿ ਸਕਦੇ ਆਪਾਂ 9000 ਏਕੜ ਦੇ ਕਰੀਬ ਰਕਬਾ ਗਾ। ਉਸ ਨੂੰ 5 ਸੁਪਰ ਸੀਡਰ ਨਹੀਂ ਕਰ ਸਕਦੇ। ਜੇ ਅਗਰ ਕਿਸਾਨ ਵੀ ਲੈਣ ਦੇਣ ਵੀ ਕਰ ਲੈਣ ਤਾਂ ਵੀ ਨਹੀਂ ਹੱਲ ਹੋਏਗਾ। ਨਹੀਂ ਹੋ ਸਕਦਾ ਜੀ, ਦਿਨ ਬਹੁਤ ਲੱਗਦੇ ਨੇ। ਸਿਰਫ 10-15 ਦਿਨ ਕਣਕ ਬੀਜਣ ਦਾ ਸਮਾਂ ਹੁੰਦਾ, ਇੰਨੇ ਸਮੇਂ ਦੇ ਵਿੱਚ ਅਸੀਂ ਕਿੱਥੋਂ ਬਿਜਾਈ ਕਰ ਲਾਂਗੇ? ਵਾਹਣ ਛੁੱਟ ਜਾਂਦੇ ਨੇ, ਸਾਨੂੰ ਤਾਂ ਕੀ ਪਤਾ ਜੀ। ਇਹ ਤਾਂ ਬਾਹਰ ਸੁੱਕ ਜਾਂਦਾ ਬਾਪੂ ਜੀ, ਇਹ ਦੱਸੋ। ਅਨਪੜ੍ਹ ਹੈ। ਨਹੀਂ ਚਲੋ, ਤੁਸੀਂ ਖੇਤੀ ਜਦੋਂ ਪਹਿਲਾਂ ਤੁਸੀਂ ਖੇਤੀ ਕਰਦੇ ਸੀ, ਤੁਸੀਂ ਕਿਵੇਂ ਕਰਦੇ ਸੀ? ਕਿਵੇਂ ਜਦੋਂ ਉਹ ਤਾਂ ਖੇਤੀ ਦੂਜੀ ਸੀ, ਹਾਂ ਮੱਕੀ ਪਾਹ ਸੀ, ਹਾਂ ਉਦੋਂ ਦੀ ਦਵਾਈ ਨਹੀਂ ਛਿੜਕਦਾ ਸੀ, ਕੁਛ ਨਹੀਂ ਕਰਦਾ ਸੀ, ਹਲਾ ਨਾ ਬੀਜਦੇ ਆਹ ਤੀ। ਹੁਣ ਜਿਵੇਂ ਸਮਾਂ ਬਦਲਿਆ, ਤਕਨੀਕਾਂ ਬਦਲੀਆਂ, ਹੁਣ ਬੱਚੇ ਖੇਤੀ ਕਰਦੇ ਨੇ, ਹੁਣ ਕਿ ਉਹ ਕੀ ਕਹਿੰਦੇ ਨੇ ਫਿਰ ਵੀ, ਮਤਲਬ ਕੀ ਦਿੱਕਤ ਆ ਰਹੀ ਆ ਹੁਣ? ਬੱਚੇ ਜਿਹੜੇ ਖੇਤੀ ਕਰ ਲੈਂਦੇ ਹੁਣ, ਇਹਦਾ ਛੰਦਾ ਨਾ ਮਾੜੀ ਮੋਟੀ ਹੁੰਦੀ ਹੈ। ਉਦੋਂ ਤਾਂ ਖੇਤੀ ਹਲਾ ਨਾਲ ਕਰਦੇ ਰਹੇ ਸੀ, ਸਿੱਧੀ ਮੱਧੀ ਖੇਤੀ ਦੀ, ਮੱਕੀ ਪਾਹ ਬੀਜਦੇ, ਮੋਠ ਬੀਜਦੇ, ਮਾਂ ਬੀਜਦੇ, ਜਵਾਰ ਬੀਜਦੇ, ਆਹ ਚੀਜ਼ਾਂ ਦੀਆਂ। ਜਦੋਂ ਦੀ ਹਰੀ ਕ੍ਰਾਂਤੀ ਆਈ ਆ, ਕਿਸਾਨਾਂ ਦਾ ਨੁਕਸਾਨ ਕਰਿਆ ਕਹਿ ਸਕਦੇ ਆ ਉਹਨੂੰ। ਉਹ ਨਹੀਂ ਮੇਰੇ ਯਾਦ। ਮੰਨਦੇ ਆ ਜੀ, ਕਿਉਂਕਿ ਠੀਕ ਹੈ। ਜਦੋਂ ਦੀ ਹਰੀ ਕ੍ਰਾਂਤੀ ਆਈ ਹੈ, ਕਿਸਾਨਾਂ ਨੇ ਪੂਰੇ ਦੇਸ਼ ਦਾ ਢਿੱਡ ਭਰਿਆ, ਪਰ ਅੱਜ ਖੁਦ ਕਿਸਾਨ ਕਟਹਿਰੇ ਦੇ ਵਿੱਚ ਖੜਾ ਕਰ ਦਿੰਦੀਆਂ ਨੇ, ਸਰਕਾਰਾਂ ਵੀ ਕਰ ਦਿੰਦੀਆਂ ਨੇ। ਹੁਣ ਦਿੱਲੀ ਦੇ ਵਿੱਚ ਪੋਲੂਸ਼ਨ ਹੋਏਗਾ ਤਾਂ ਵੀ ਪੰਜਾਬ ਨੂੰ ਜ਼ਿੰਮੇਵਾਰ ਖੜਾ ਕਰ ਦਿੱਤਾ ਜਾਂਦਾ। ਦੇਖੋ ਜੀ, ਜਿਹੜੀ ਹੁਣ ਪਹਿਲਾਂ ਵਾਲੀ ਗੱਲ ਹੈ, ਜਦੋਂ 1965-66 ਦੇ ਆਧਾਰ ਨੂੰ ਮੰਨ ਕੇ ਜੇ ਅਸੀਂ ਚੱਲੀਏ, ਉਦੋਂ ਸਾਡੇ ਖੇਤਾਂ ਦੇ ਵਿੱਚ ਮੱਕੀ ਹੁੰਦੀ ਸੀ, ਕਪਾਹ ਹੁੰਦੀ ਸੀ, ਬਾਕੀ ਮੋਠ ਬਾਜਰਾ ਹੁੰਦਾ ਸੀ। ਜਦੋਂ ਅਸੀਂ ਇਹਨਾਂ ਦਿਨਾਂ ਦੇ ਵਿੱਚ ਮੱਕੀ ਵੱਢਦੇ, ਵੱਢ ਕੇ ਉਹਦੇ ਸ਼ੌਰ ਲਾ ਦਿੰਦੇ, ਸਿਆਲਾਂ ਦੇ ਵਿੱਚ ਉਹਨੂੰ ਡੁੰਗਦੇ। 10-10, 20 ਇਹੋ ਜਿਹੇ ਬਜ਼ੁਰਗ ਉਦੋਂ ਨੌਜਵਾਨ ਹੁੰਦੇ, ਇਹ ਜਦੋਂ ਤੋੜਨ ਜਾਂਦੇ ਉੱਥੇ 10-20 ਕੁੱਕੜੀਆਂ ਦੇ ਦਾਣੇ ਕੱਢੇ, ਇੱਕ ਜਾਣੇ ਨੂੰ ਕਹਿੰਦੇ ਨੇ ਜਾ ਭੱਠੀ ਤੇ ਬਣਾ ਲੈ, ਦਰਵਾਜ਼ੇ ਬਹਿ ਕੇ ਚੱਬਾਂਗੇ। ਉਦੋਂ ਇਹੋ ਜਿਹਾ ਸਮਾਂ ਸੀ। ਪਰ ਅੱਜ ਆ ਦਰਵਾਜ਼ੇ ਬਹਿ ਕੇ ਹੁਣ ਸਰਕਾਰਾਂ ਕੁਸਨੀਆਂ ਪੈ ਰਹੀਆਂ ਨੇ। ਅੱਜ ਇਹ ਸਮਾਂ ਆ ਗਿਆ, ਜਿਹੜੇ ਅੱਜ ਕੱਲ੍ਹ ਦੇ ਸਾਡੇ ਨੌਜਵਾਨ ਮੁੰਡੇ ਨੇ, ਇਹ ਕਿਹੜੀਆਂ ਜਗ੍ਹਾ ਤੇ ਜਾਂਦੇ ਨੇ? ਜ਼ਿਆਦਾ ਜਾਣਗੇ ਕਿਸੇ ਸਕੂਲਾਂ 'ਚ, ਜਾਂ ਜਾਣਗੇ ਕਿਸੇ ਜਿਹੜੇ ਦੂਰ ਸਾਡੀ, ਜਿਵੇਂ ਉੱਥੇ ਥੇ ਆ ਉਹੋ ਜਿਹੇ ਥਾਵੇਂ, ਉੱਥੇ ਬਹਿ ਕੇ ਨਸ਼ਾ ਕਰਦੇ ਨੇ, ਟੀਕਾ ਲਾਉਂਦੇ ਨੇ, ਬਸ ਆਪਦਾ ਟੁੱਲ ਹੋ ਜਾਂਦੇ। ਬਾਪੂ, ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਇਸ ਵਾਰ ਹੁਣ ਇੰਨੇ ਸੰਦ ਮੁਹੱਈਆ, ਜਿਵੇਂ ਸਰਕਾਰ ਕਰੋੜਾਂ ਰੁਪਈਆ ਕਹਿ ਰਹੀ ਹੈ ਕਿ ਕਰੋੜਾਂ ਰੁਪਈਆ ਅਸੀਂ ਬਜਟ ਰੱਖਿਆ ਹੈਗਾ, ਇੰਨੀਆਂ ਮਸ਼ੀਨਾਂ ਦਿੱਤੀਆਂ, ਕਿ ਇਸ ਵਾਰ ਅੱਗ ਲੱਗੂ ਪਰਾਲੀ ਨੂੰ ਜਾਂ ਨਹੀਂ ਲੱਗੂਗੀ, ਜਾਂ ਤੁਹਾਡੇ ਲਈ ਸੰਦ ਬਹੁਤ ਮੁਹੱਈਆ ਹੋਗੇ?
ਦੇਖੋ ਜੀ ਸੰਦ ਤਾਂ ਹੋ ਗਏ ਬਹੁਤ ਮੁਹੱਈਆ, ਪਰ ਗੱਲ ਫੇਰ ਉੱਥੇ ਹੀ ਮੁੜਕੁੜ ਖੋਤੀ ਕਹਿੰਦਾ ਬੋਰਡ ਦੇ ਥੱਲੇ। ਜਿਹੜਾ 4 ਏਕੜ ਵਾਲਾ ਨਾ ਤਾਂ ਉਹ ਐਡਾ ਸੰਦ ਖਰੀਦ ਸਕਦਾ, ਕਿਉਂ ਮਹਿੰਗਾ ਬਹੁਤ ਹੈ, ਚਾਹੇ ਸਬਸਿਡੀ ਹੈ। ਬਾਕੀ ਮੈਂ ਰੋਟਾਵੀਟਰ ਲਿਆ ਤੀ, ਸਬਸਿਡੀ ਦੇਵਾਂਗੇ, ਉਹਦੇ ਤੇ ਕੁਝ ਵੀ ਨਹੀਂ ਆਇਆ। ਅੱਜ ਤੋਂ 10 ਸਾਲ ਪਹਿਲਾਂ ਲਿਆ ਤੀ, ਉਦੋਂ ਕਹਿੰਦੇ ਤੇ ਸਬਸਿਡੀ। ਖੇਤੀਬਾੜੀ ਮੰਤਰੀ ਕਹਿੰਦੇ ਜਿਹੜੇ ਤੁਸੀਂ 4 ਏਕੜ ਵਾਲੀ ਗੱਲ ਕਰਦੇ ਹੋ, ਤਾਂ ਉਹਨਾਂ ਨੇ ਕੱਲ੍ਹ ਇੱਕ ਬਿਆਨ ਜਾਰੀ ਕਰਿਆ। ਉਹ ਕਹਿੰਦੇ ਜਿਹੜੇ ਕਿਸਾਨ ਨਹੀਂ ਲੈ ਸਕਦੇ, ਛੋਟੇ ਨੇ, ਗਰੀਬ ਨੇ, ਪੈਸਾ ਨਹੀਂ ਕਰ ਸਕਦੇ, ਤਾਂ ਅਸੀਂ ਆਪਣੇ ਬਲਾਕ ਦੇ ਵਿੱਚ ਜਾਣ ਕੇ, ਜਿਵੇਂ ਤੁਹਾਡਾ ਪਿੰਡ ਸੰਗਰੂਰ ਬਲਾਕ ਦੇ ਵਿੱਚ ਆਉਂਦਾ ਹੋਏਗਾ, ਤਾਂ ਉੱਥੇ ਅਸੀਂ ਇਹ ਸੁਪਰ ਸੀਡਰ ਮਸ਼ੀਨਾਂ ਦੇਵਾਂਗੇ। ਉੱਥੋਂ ਉਹ ਕਿਸਾਨ ਥੋੜ੍ਹੇ ਜਿਹੇ ਪੈਸੇ 50-100 ਰੁਪਇਆ ਦੇ ਕੇ ਲਿਜਾ ਕੇ ਆਪਦੀ ਬੀਜ ਕੇ ਵਾਪਸ ਆ ਸਕਦਾ। ਉਹ ਜੀ ਆਪਦੇ ਟਰੈਕਟਰ ਉਹਨੂੰ ਖਿੱਚਦਾ ਨਹੀਂ, ਐਡਾ ਵੱਡਾ ਟਰੈਕਟਰ ਹੈ। ਬਾਕੀ ਸਾਡੇ ਵਰਗਿਆਂ ਨੂੰ ਕਿਹਨੇ ਲੈਣ ਦੇਣਾ ਹੈ? ਉਹਦਾ ਸਿਫਾਰਸ਼ਾਂ ਪਹਿਲੇ ਹੀ ਫੋਨ ਵਗ ਜਾਂਦੇ ਨੇ, ਉਹਨਾਂ ਨੂੰ ਦਿੰਦੇ ਨੇ। ਹੁਣ ਇਹੀ ਕੰਮ ਸਬਸਿਡੀਆਂ ਤੇ ਹੈ। ਜਿਹੜਾ ਕਿਸੇ ਦਾ ਚਮਚਾਗਿਰੀ ਕਰਦਾ ਹੈ ਉਹਨੂੰ ਸਬਸਿਡੀ ਆ ਜਾਂਦੀ ਹੈ, ਜਿਹੜਾ ਚਮਚਾਗਿਰੀ ਨਹੀਂ ਕਰਦਾ ਉਹ ਪਰ ਉਹ ਕਹਿੰਦੇ ਬੜੇ ਪਾਰਦਰਸ਼ੀ ਤਰੀਕੇ ਨਾਲ ਹੋ ਰਿਹਾ ਕੰਮ ਤਾਂ। ਉਹ ਕਹਿੰਦੇ ਮਤਲਬ ਕਿ ਇੱਕ ਡਰਾਅ ਨਿਕਲਦਾ ਹੈਗਾ, ਜਿਹਦੇ ਵਿੱਚ ਜਿਹਨਾਂ ਨਾਂ ਨਿਕਲਿਆ ਉਹਨਾਂ ਨਿਕਲੇ ਆਉਂਦੇ ਨੇ। ਮੰਨਦੇ ਹੋ ਤੁਸੀਂ ਕਿ ਇਹ ਪਾਰਦਰਸ਼ੀ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ? ਦੇਖੋ ਜੀ, ਇਹ ਤਾਂ ਜਿਹੜਾ ਛੋਟਾ ਕਿਸਾਨ ਹੈ ਉਹਦਾ ਕੋਈ ਵੀ ਹੱਲ ਨਹੀਂ ਬਣਦਾ। ਜਾਂ ਤਾਂ ਉਹਦੀ ਸਰਕਾਰ ਕੋਈ ਇਹੋ ਜਿਹਾ ਹੱਲ ਕਰੇ, ਉਹਦੀ ਆ ਕੇ ਆਪਦੇ ਛੰਦ ਭੇਜੇ, ਫਰੀ 'ਚ ਬੀਜ ਕੇ ਜਾਵੇ, ਫੇਰ ਹੱਲ ਬਣ ਸਕਦਾ। ਡੀਜ਼ਲ ਦਾ ਖਰਚਾ ਦੇ ਸਕਦਾ ਉਹ, ਉਹਦੇ ਡੀਜ਼ਲ ਦੇ ਖਰਚੇ ਤੇ ਉਹਦੀ ਬੀਜ ਕੇ ਜਾਵੇ, ਨਹੀਂ ਉਹਦਾ ਕੋਈ ਵੀ ਹੱਲ ਨਹੀਂ ਬਣਦਾ। ਤੁਹਾਨੂੰ ਇਹ ਲੱਗਦਾ ਕਿ ਜਿਵੇਂ ਹੁਣ ਆਪਾਂ ਗੱਲ ਕਰੀਏ, ਸਰਕਾਰ ਕਹਿ ਰਹੀ ਹੈ ਕਿ ਅਸੀਂ 400 ਕਰੋੜ ਰੁਪਇਆ ਰੱਖਿਆ ਹੈਗਾ ਇਸ ਪ੍ਰੋਜੈਕਟ ਲਈ, ਸੰਦ ਮੁਹੱਈਆ ਕਰਵਾਉਣ ਦੇ ਲਈ, ਕਿ ਅਗਰ ਇਹੀ ਪੈਸਾ 400 ਕਰੋੜ ਰੁਪਈਆ ਜਿਵੇਂ 2500 ਰੁਪਏ ਜਾਂ 3000 ਰੁਪਏ ਇਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਂਦਾ, ਕਿ ਕਿਸਾਨ ਇਸ ਦਾ ਹੱਲ ਆਪਣੇ ਪੱਧਰ ਤੇ ਕਰ ਸਕਦੇ ਸੀ? ਤੁਸੀਂ ਪਰਾਲੀ ਦਾ ਹੱਲ ਕੋਈ ਹੈ ਜਾਂ ਕੋਈ ਹੱਲ ਹੀ ਨਹੀਂ ਹੈਗਾ ਇਹਦਾ ਕੋਈ? ਨਾ ਜੀ, ਇਹਦਾ ਹੱਲ ਕੋਈ ਨਹੀਂ। ਇਹਦਾ ਹੱਲ ਜਿਹੜਾ ਵੱਡਾ ਜ਼ਿਮੀਂਦਾਰ ਹੈ ਉਹ ਫਾਇਦਾ ਖੱਟ ਜੂ। 5-4 ਕਿੱਲਿਆਂ ਵਾਲੇ ਨੂੰ ਤਾਂ ਕੋਈ ਫਾਇਦਾ ਨਹੀਂ ਉਹਦਾ ਹੋਣਾ। ਉਹ ਤਾਂ ਸਾਤੋਂ ਤਾਂ ਉਨਾ ਹੀ ਕਿਰਾਇਆ ਲਊਗਾ, ਜੇ ਅਸੀਂ ਉਹ ਤੋਂ ਬਚਾਵਾਂਗੇ ਉਨਾ ਹੀ ਕਿਰਾਇਆ ਦਊ। ਜਿਹੜੀ ਸਾਡੀ 5-4 ਕਿੱਲਿਆਂ 'ਚ ਫਸਲ ਹੋਊਗੀ ਉਹ ਕਿਰਾਏ ਵਾਲਾ ਲੈ ਜੂ। ਬਾਈ ਜੀ, ਕਿੰਨੇ ਏਕੜ ਦੀ ਖੇਤੀ ਕਰਦੇ ਹੋ? ਸਾਨੂੰ ਤਾਂ ਵੀਰੇ ਅਸੀਂ 10 ਏਕੜ ਦੀ ਖੇਤੀ ਕਰਦੇ ਹਾਂ, 10-12 ਏਕੜ। ਅੱਛਾ, ਜਿਹੜਾ ਛੋਟਾ ਕਿਸਾਨ ਆ, ਜਿਵੇਂ ਮੈਂ ਕਹਾਂ ਕਿ ਜਦ ਤੁਸੀਂ 10 ਏਕੜ ਦੀ ਖੇਤੀ ਕਰਦੇ ਹੋ, ਵੱਡੇ ਕਿਸਾਨ ਹੋ ਤੁਸੀਂ, ਸਰਕਾਰ ਕਹਿ ਰਹੀ ਕਿ ਤੁਸੀਂ ਲੈ ਸਕਦੇ ਹੋ, ਸੰਦ ਲੈ ਸਕਦੇ ਹੋ, ਤਾਂ ਫਿਰ ਇਹ ਸੰਦ ਲੈਣੇ ਕਿੰਨੇ ਕੁ ਮੁਸ਼ਕਲ ਨੇ, ਕਿੰਨੇ ਕੁ ਭਾਰੂ ਪੈ ਜਾਂਦੇ ਨੇ ਤੁਹਾਡੇ ਤੇ? ਕਿਉਂਕਿ ਪਿਛਲੀ ਵਾਰ ਦੇਖਿਆ ਕਣਕ ਵੀ ਘੱਟ ਨਿਕਲੀ, ਝੋਨੇ ਦੀ ਵੀ ਇਸ ਵਾਰ ਬਿਮਾਰੀਆਂ ਵੱਡੇ ਪੱਧਰ ਤੇ ਪੈ ਰਹੀਆਂ ਨੇ। ਵੀਰੇ ਸੰਦ ਲੈਣੇ ਅਸਲ ਵਿੱਚ ਤਾਂ 10 ਏਕੜ ਵਾਲੇ ਤੱਕ ਤਾਂ ਬਹੁਤ ਮੁਸ਼ਕਲ ਨੇ, ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹਦੇ ਕੋਲੇ ਕੋਈ ਹੋਰ ਸੋਰਸ ਨਹੀਂ ਨਾ, ਇਕੱਲੀ ਖੇਤੀ ਤੋਂ ਬਿਨਾ, ਉਹਦਾ ਤਾਂ ਚੁੱਲ੍ਹਾ ਹੀ ਚੱਲਦਾ ਹੈ। ਉਹਦੇ ਲਈ ਸੰਦ ਲੈਣੇ ਇਹ ਬਹੁਤ ਔਖੇ ਨੇ। ਹੁਣ ਅਸੀਂ ਤਾਂ ਹੋਰ ਆਲੂ ਵੀ ਬੀਜਦੇ ਹਾਂ, ਮਿਰਚਾਂ ਦਾ ਸਾਡੇ ਕੋਲੇ ਆਏ ਸਾਲ ਮਿਰਚ ਹੁੰਦੀ ਹੈ। ਹੁਣ ਜਦੋਂ ਦਾ ਲੋਕਡਾਊਨ ਲੱਗਿਆ ਮਿਰਚ ਦਾ ਵੀ ਬੁਰਾ ਹਾਲ ਹੈ, ਮਿਰਚ ਵੀ ਕੁਛ ਨਹੀਂ ਦੇ ਰਹੀ। ਅੱਗੇ ਤਾਂ ਚਲੋ ਮਿਰਚ ਚੋਂ 2-4 ਪੈਸੇ ਆ ਜਾਂਦੇ ਸੀ, ਉਹਦੇ ਨਾਲ ਖਰਚਾ ਚੱਲੀ ਜਾਂਦਾ ਵੀ। ਹਰ ਇੱਕ ਪਾਸੇ ਹਰ ਇੱਕ ਦਾ ਫਸਲ ਦਾ ਵੀ ਦਿਨੋਂ ਦਿਨ ਜਿਹੜੀ ਫਸਲ ਹੈ ਉਹਦਾ ਜਿਹੜਾ ਝਾੜ ਆ ਉਹ ਘਟਦਾ ਜਾਂਦਾ ਹੈ। ਕੁਛ ਤਾਂ ਮੌਸਮ ਹੈ ਜਿਹੜਾ ਉਹਦੇ 'ਚ ਤਬਦੀਲੀ ਆਈ ਜਾਂਦੀ ਹੈ, ਵਾਤਾਵਰਨ ਚੇਂਜ ਹੋ ਰਿਹਾ। ਗਰਮੀ ਦੇ ਸਮੇਂ ਗਰਮੀ ਨਹੀਂ ਪੈਂਦੀ, ਸਰਦੀ ਦੇ ਸਮੇਂ ਸਰਦੀ ਨਹੀਂ ਪੈਂਦੀ, ਇਸ ਕਰਕੇ। ਤੇ ਬਾਕੀ ਜਿਹੜਾ ਸਰਕਾਰ ਦਾ ਕੋਈ ਆ, ਬਾਕੀ ਪ੍ਰਦੂਸ਼ਣ ਲਈ ਤਾਂ ਸਿਰਫ ਕਿ ਕਿਸਾਨਾਂ ਨੂੰ ਕੋਸਿਆ ਜਾ ਰਿਹਾ। ਹੁਣ ਅਸੀਂ 1 ਸਾਲ ਦਿੱਲੀ ਰਹਿ ਕੇ ਆਏ ਹਾਂ, ਜਿੰਨਾ ਧੂੰਆਂ ਅਸੀਂ ਪਰਾਲੀ ਨਾਲ ਕਰਦੇ ਹਾਂ ਉਹਨਾਂ ਦਾ ਉੱਥੇ 24 ਘੰਟੇ ਹੀ ਰਹਿੰਦਾ। ਅਸੀਂ ਦੇਖ ਚੁੱਕੇ ਹਾਂ। ਸਾਡਾ ਜਿਹੜਾ ਆਮ ਕਿਸਾਨ ਹੈ ਉਹ ਵੀ ਦਿੱਲੀ ਜਾ ਕੇ ਦੇਖ ਆਇਆ ਵੀ ਜਿੰਨਾ ਸਰਕਾਰ ਰੌਲਾ ਪਾਉਂਦੀ ਹੈ ਨਾ ਵੀ ਪੰਜਾਬ ਪ੍ਰਦੂਸ਼ਣ ਕਰਦਾ ਹੈ, ਇਹ ਸਿਰਫ ਇੱਕ ਪੰਜਾਬ ਨੂੰ ਔਰ ਪੰਜਾਬ ਦੇ ਕਿਸਾਨ ਨੂੰ ਬਦਨਾਮ ਕਰਨ ਦੇ ਲਈ ਕੀਤਾ ਜਾਂਦਾ। ਇੰਨਾ ਧੂੰਆਂ ਤਾਂ ਦਿੱਲੀ 'ਚ 24 ਘੰਟੇ ਹੀ ਰਹਿੰਦਾ ਜਿੰਨਾ। ਹੁਣ ਸਰਕਾਰ ਨੇ ਤਾਂ 10,000 ਦੇ ਕਰੀਬ ਆਪਣੇ ਅਧਿਕਾਰੀ ਲਗਾ ਦਿੱਤੇ ਨੇ ਕਿ ਸੰਦ ਮੁਹੱਈਆ ਕਰਵਾਓ, ਸਬਸਿਡੀਆਂ ਦੱਸੋ, ਵੱਧ ਤੋਂ ਵੱਧ ਕਿਸਾਨ ਮਸ਼ੀਨਾਂ ਖਰੀਦਣ ਤਾਂ ਜੋ ਅੱਗ ਨਾ ਲਾਈ ਜਾ ਸਕੇ। ਜੇ ਕੋਈ ਅੱਗ ਫਿਰ ਵੀ ਅੱਗ ਲਾਉਂਦਾ ਪਾਇਆ ਜਾਂਦਾ ਜਾਂ ਤੁਸੀਂ ਲਾਵੋਗੇ ਤਾਂ ਸਾਫ਼ ਜੀ ਗੱਲ ਹੈ ਕਿ ਮਾਮਲੇ ਵੀ ਦਰਜ ਹੋਣਗੇ, ਪਿਛਲੀ ਵਾਰ ਵੀ ਹੋਏ ਨੇ, ਤਾਂ ਫਿਰ ਕਿਵੇਂ ਨਜਿੱਠੋਗੇ ਚੀਜ਼ਾਂ ਨੂੰ? ਮਾਮਲੇ ਤਾਂ ਪਹਿਲਾਂ ਵੀ ਚੱਲਦੇ ਆ ਜੀ, ਬਹੁਤ ਕਿਸਾਨਾਂ ਤੇ ਕੇਸ ਚੱਲਦੇ ਆ ਜਿਨ੍ਹਾਂ ਨੇ ਅੱਗ ਲਾਈ ਹੈ। ਕਈ ਝੂਠੇ ਵੀ ਚੱਲਦੇ ਆ, ਕਈਆਂ ਨੇ ਲਾਈ ਵੀ ਹੈ। ਉਹ ਤਾਂ ਇਦਾਂ ਹੀ ਚੱਲੀ ਜਾਣਾ ਹੈ ਜਿੰਨਾ ਚਿਰ ਜਥੇਬੰਦੀਆਂ ਕਾਇਮ ਨੇ, ਲੋਕਾਂ ਦਾ ਇੱਕ ਹੈ, ਸਰਕਾਰ ਕੁਛ ਨਹੀਂ ਕਰ ਸਕਦੀ। ਔਰ ਜਿਹੜੇ ਇਹਨਾਂ ਨੇ ਕਹਿੰਦੇ ਨੇ ਨੋਡਲ ਅਫਸਰ ਰੱਖ ਲਏ, ਅਸੀਂ ਛੁੱਟੀਆਂ ਕੈਂਸਲ ਕਰਤੀਆਂ, ਹੋ ਸਕਦਾ ਵੀ ਪਹਿਲੀਆਂ ਸਰਕਾਰਾਂ ਵੱਲੋਂ ਥੋੜੀ ਢਿੱਲ ਸੀ, ਕੋਈ ਇਦਾਂ ਨਹੀਂ ਸੀ। ਇਹਨਾਂ ਨੂੰ ਥੋੜਾ ਜਿਹਾ ਕੇਜਰੀਵਾਲ ਵੀ ਉੱਪਰੋਂ ਤੰਗ ਕਰ ਰਿਹਾ, ਕਿਉਂਕਿ ਕੇਜਰੀਵਾਲ ਕੋਲ ਹੀ ਜ਼ਿਆਦਾ ਧੂੰਆਂ ਜਾ ਰਿਹਾ ਪੰਜਾਬ ਦਾ। ਮੋਦੀ ਕੋਲੇ ਨਹੀਂ ਇੰਨਾ ਜਾਂਦਾ ਜਿੰਨਾ ਕੇਜਰੀਵਾਲ ਕੋਲੇ ਜਾਂਦਾ ਹੈ। ਕੇਜਰੀਵਾਲ ਦਾ ਥੋੜਾ ਜਿਹਾ ਸਖਤਾਈ ਸਾਨੂੰ ਲੱਗਦਾ ਵੀ ਇਸ ਵਾਰ ਸ਼ਾਇਦ ਪੰਜਾਬ ਸਰਕਾਰ ਨੇ ਜਿਹੜੇ ਇਹ ਰੱਖੇ ਨੇ, ਹੈ ਤਾਂ ਸਾਡੀ ਭੈਣ ਭਰਾ ਜਿਹੜੇ ਵੀ ਸ਼ਾਇਦ ਟਕਰਾਅ ਦੀ ਸਥਿਤੀ ਵੀ ਪੈਦਾ ਹੋ ਜਾਏ। ਇਸੇ ਲਈ ਅਸੀਂ ਕਿਸਾਨ ਮੰਨਦੇ ਹੋ ਜੀ ਇਸ ਵਾਰ ਅੱਗ ਲੱਗੂ ਜਾਂ ਨਹੀਂ ਲੱਗੂ? ਲੱਗੂਗੀ ਅੱਗ ਤਾਂ, ਅੱਗ ਲੱਗੂਗੀ, ਇਹਦਾ ਕੋਈ ਹੱਲ ਨਹੀਂ ਹੋ ਰਿਹਾ ਹੈਗਾ। ਅੱਛਾ, ਕੀ ਮੰਨਦੇ ਹੋ ਜੀ, ਅੱਗ ਤੋਂ ਬਿਨਾਂ ਕੋਈ ਹੱਲ ਹੈ? ਕੋਈ ਤੁਹਾਡੇ ਲਈ ਕੋਈ ਸੁਝਾਅ ਹੈ ਕੋਈ, ਜੇ ਤੁਸੀਂ ਸਮਝਦੇ ਹੋ ਖੇਤੀ ਕਰਦੇ ਹੋ, ਕਿ ਇਸ ਤਰੀਕੇ ਨਾਲ ਇਹ ਬਚਾਅ ਹੋ ਸਕਦਾ? ਵੀਰ ਜੀ ਕੋਈ ਹੱਲ ਨਹੀਂ ਇਹਦਾ, ਅੱਗ ਤੋਂ ਬਿਨਾਂ ਸਾਡੇ ਲਈ ਕੋਈ ਹੱਲ ਨਹੀਂ। ਸਾਨੂੰ ਸਰ ਹੀ ਨਹੀਂ ਸਕਦਾ ਅੱਗ ਲਾਏ ਬਿਨਾਂ, ਨਾ ਸਾਡੀ ਫਸਲ ਹੋਵੇ ਉਨੀ। ਸਾਡੇ ਕੋਲੇ ਸੰਤ ਨੇ 2500 ਰੁਪਈਆ ਕੀ ਹੈ, 2500 ਰੁਪਈਆ ਦਾ ਬਿੱਗੇ ਦਾ ਲੈਂਦਾ ਕਿਰਾਏ ਵਾਲਾ, ਫਿਰ 2500 ਕਿੱਲੇ ਦਾ ਕਹਿਣਾ ਮਿਲੂ। 2500 ਨਾਲ ਕੀ ਬਣਦਾ ਜੀ, ਬਿੱਗੇ ਦਾ ਚਾਹੀਦਾ।
ਆਪਨੂੰ ਲੱਗਦਾ ਕਿ ਇਹ ਪੈਸਾ ਜੇ ਸਹੀ ਤਰੀਕੇ ਨਾਲ ਕਿਸਾਨਾਂ ਨੂੰ ਦਿੱਤਾ ਜਾਵੇ ਤਾਂ ਰੋਕ ਲੱਗ ਸਕਦੀ ਹੈ, ਜਾਂ ਕੋਈ ਮੁਸ਼ਕਿਲ ਨਹੀਂ, ਜਾਂ ਫਿਰ ਕੋਈ ਇਹਦਾ ਬਦਲੇ ਹੋਰ ਦੇਣਾ ਚਾਹੀਦਾ ਕੋਈ? ਸਹੀ ਪੈਸਾ ਕਿਸਾਨਾਂ ਲਵੇ ਆ ਹੀ ਨਹੀਂ ਰਿਹਾ ਜੀ। ਇਹਦਾ ਜਿਹੜੇ ਵੱਡੇ ਨੇ ਅਸਲ ਵਿੱਚ ਤਾਂ ਮਿਸਤਰੀ ਖਾ ਜਾਂਦੇ ਨੇ, ਕਿਉਂ ਸੂਬਾ ਛਿੱਡਰਿਆ ਸਾਰਾ 2 ਕੁਇੰਟਲ ਦਾ, ਵੱਧ ਤੋਂ ਵੱਧ ਉਹ 5-4 ਹਜ਼ਾਰ 10-20 ਹਜ਼ਾਰ ਦਾ ਬਣਦਾ ਹੈ। ਜੇ ਹਿਸਾਬ ਲਾਈ ਆਪਾਂ 500 ਕੁਇੰਟਲ ਦੇ ਹਿਸਾਬ ਨਾਲ ਤਕਨੀਕ ਦੇ ਪੈਸੇ ਲੈਂਦੇ ਨੇ ਨਾ ਮਿਸਤਰੀ, ਤਕਨੀਕ ਦੇ ਤਾਂ ਪੈਸੇ ਲੈਂਦੇ ਨੇ। ਇਹ ਤਾਂ ਨਹੀਂ ਹੈਗਾ ਹੁਣ 3-3 ਲੱਖ 5-5 ਲੱਖ ਰੁਪਈਆ ਲੈ ਲੈਂਦੇ ਨੇ, ਉਹਦੀ ਸਬਸਿਡੀ ਹੈ ਜਿਹੜੀ ਉਹ ਸਾਰੀ ਮਿਸਤਰੀ ਖਾ ਜਾਂਦੇ ਨੇ, ਸਾਡੇ ਲਵੇ ਕੁਝ ਨਹੀਂ ਪਹੁੰਚਦਾ ਹੈ। ਪਰ ਇੱਕ ਚੀਜ਼ ਹੋਰ ਵੀ ਦੇਖਣ ਨੂੰ ਮਿਲੀ ਆ, ਕਿਉਂਕਿ ਅਗਰ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਚੀਜ਼ਾਂ ਤੁਹਾਨੂੰ ਜੇ ਤੁਸੀਂ ਪੰਜਾਬ ਦੇ ਪਿੰਡਾਂ 'ਚ ਆਵੋਗੇ, ਪਿੰਡਾਂ ਦੇ ਵਿੱਚ ਕਿਸਾਨਾਂ ਦੇ ਨਾਲ ਗੱਲ ਕਰੋਗੇ, ਤਾਂ ਤੁਹਾਨੂੰ ਇੱਕ ਚੀਜ਼ ਹੋਰ ਦੇਖਣ ਨੂੰ ਮਿਲੇਗੀ ਕਿ ਹਰ ਵਾਰ ਜਿਹੜੇ ਇਹ ਸੁਪਰ ਸੀਡਰ ਨੇ ਜਾਂ ਇਹ ਹਰ ਕੰਪਨੀਆਂ ਦੇ ਅਲੱਗ-ਅਲੱਗ ਸੁਪਰ ਸੀਡਰ ਨੇ, ਤਾਂ ਖੁਦ ਖੇਤੀਬਾੜੀ ਮਹਿਕਮਾ ਵੀ ਮੈਨੂੰ ਇਹ ਲੱਗਦਾ ਕਿ ਉਹ ਆਪਣੇ ਇਹ ਨਹੀਂ ਤੈਅ ਕਰ ਪਾਉਂਦਾ ਕਿ ਕਿਹੜੀ ਮਸ਼ੀਨ ਕਿਸਾਨਾਂ ਲਈ ਲਾਹੇਵੰਦ ਹੈ। ਕਿਉਂਕਿ ਪਿਛਲੀ ਵਾਰ ਜੋ ਸੁਪਰ ਸੀਡਰ ਆਏ ਉਸ ਨੂੰ ਨਵੀਂ ਤਕਨੀਕ ਅਗਲੀ ਵਾਰ ਆਉਂਦੀ ਆ, ਉਸ ਤੋਂ ਬਾਅਦ ਦੂਸਰੀ ਵਾਰ ਉਸ ਤੋਂ ਇੱਕ ਹੋਰ ਤਕਨੀਕ ਆਉਂਦੀ ਆ, ਤਾਂ ਕਿਸਾਨ ਜਿਹੜਾ ਪਹਿਲਾਂ 2 ਲੱਖ ਰੁਪਇਆ ਲਾਇਆ ਹੁੰਦਾ ਤਾਂ ਉਹ ਛੱਡ ਕੇ ਤਾਂ ਦੁਬਾਰਾ ਨਵਾਂ ਲੈਂਦਾ। ਪਰ ਇਦਾਂ ਵੀ ਹੋ ਰਿਹਾ ਨਾ, ਬਹੁਤ ਹੋ ਰਿਹਾ ਜੀ। ਪਹਿਲਾਂ ਦੇਖੋ ਜ਼ੀਰੋ ਡਰਿੱਲ ਕੱਢੀ, ਉਹ ਲੋਕਾਂ ਦੀਆਂ ਕਬਾੜ 'ਚ ਵੇਚੀਆਂ ਨੇ। ਫਿਰ ਇਹਨਾਂ ਨੇ ਹੈਪੀ ਸੀਡਰ ਕੱਢੀ, ਹੈਪੀ ਸੀਡਰ ਸਾਲ 2 ਸਾਲ ਚੱਲੀ, ਉਹ ਜਾ ਕੇ ਤੁਸੀਂ ਕਬਾੜੀਆਂ ਦੇ ਦੇਖ ਲਓ ਗਰੇ ਲੱਗੇ ਪਏ ਨੇ, ਜਿੰਨੀਆਂ ਮਰਜ਼ੀ ਤੋਲ ਕੇ ਲੈ ਲਓ। ਫਿਰ ਇਹਨਾਂ ਨੇ ਸੁਪਰ ਸੀਡਰ ਕੱਢਿਆ, 2-3 ਸਾਲ ਹੋ ਗਏ, ਜਿਹੜੇ ਪੁਰਾਣੇ ਨੇ 2 ਸਾਲ ਪਹਿਲਾਂ ਦੇ ਆਏ, ਹੁਣ ਕਹਿੰਦੇ ਆ ਨਵੀਂ ਤਕਨੀਕ ਆ ਗਈ, ਉਹ ਵੀ ਲੋਕਾਂ ਨੇ ਵੇਚਤੇ। ਹੁਣ ਨਵੀਂ ਦੇ ਪਿੱਛੇ ਪਏ ਪਿਆ ਵੀ ਆਏ ਸਾਲ ਨਵੀਂ ਤਕਨੀਕ ਹੈ, ਕੋਈ ਜਿੰਨਾ ਚਿਰ ਅਸਲ 'ਚ ਇਹਦਾ ਕੋਈ ਠੋਸ ਮਸ਼ੀਨ ਨਹੀਂ ਬਣਦੀ, ਕੋਈ ਪ੍ਰੋਪਰ ਇਹਦਾ ਹੱਲ ਨਹੀਂ ਹੁੰਦਾ, ਉਹਨਾਂ ਚਿਰ ਸਰਕਾਰ ਹੈ ਜਿਹੜੀ ਟ੍ਰਾਇਲ ਸਾਡੇ ਤੇ ਨਾ ਕਰੇ। ਸਰਕਾਰ ਆਪਦੇ ਫਾਰਮਾਂ 'ਚ ਟ੍ਰਾਇਲ ਕਰੇ, ਪਹਿਲਾਂ ਆਪਦੇ ਪੱਧਰ ਤੇ ਟ੍ਰਾਇਲ ਕਰੇ। ਜਿਹੜੇ ਮੰਤਰੀ ਨੇ ਜਾਂ ਜਿਹੜੇ ਸਰਕਾਰ ਦੇ ਅਫਸਰ ਨੇ, ਉਹਨਾਂ ਦੇ ਖੇਤਾਂ 'ਚ ਪਹਿਲਾਂ ਜਿਹੜੀ ਸਰਕਾਰ ਆ ਉਹ ਪ੍ਰੋਪਰ ਟ੍ਰਾਇਲ ਕਰੇ। ਜੇ ਉਹ ਪਾਸ ਹੁੰਦਾ ਤਾਂ ਕਿਸਾਨਾਂ ਤੇ ਥੋਪੇ, ਅਦਰਵਾਈਜ਼ ਸਾਨੂੰ ਇਹ ਟ੍ਰਾਇਲ ਕਰਨ ਲਈ ਮਜਬੂਰ ਨਾ ਕਰੇ ਸਰਕਾਰ। ਅੱਗ ਲੱਗੂ ਫਿਰ ਮਤਲਬ ਇਸ ਵਾਰ? ਅੱਗ ਤਾਂ ਲੱਗੂ ਜੀ, ਅੱਗ ਦਾ ਕੋਈ ਅਲਟਰਨੇਟਿਵ ਲੱਗੂ ਜੀ, ਅੱਗ ਲੱਗੂ। ਅੱਗੇ ਤਾਂ ਲੱਗਣੀ ਜੀ, ਸਾਡਾ ਟਕਰਾਓ ਜ਼ਰੂਰ ਕਰਾ ਦੇਣਗੇ ਮੁਲਾਜ਼ਮਾਂ ਨਾਲ, ਅੱਗੇ ਤਾਂ ਲੱਗੂ ਜੀ, ਅੱਗ ਤਾਂ ਲੱਗੂ। ਅਸੀਂ ਤਾਂ ਸਾਰੇ ਲਾਵਾਂਗੇ ਸੀ, ਤਾਂ ਅਸੀਂ ਲਾਵਾਂਗੇ। ਅੱਗ ਲਾਏ ਬਣਾ ਨਹੀਂ ਛੱਡਦਾ। ਕਿਉਂ? ਲਾਏ ਮੱਛ ਜੀ ਬਜਾਈ ਨਹੀਂ ਹੁੰਦੀ ਅੱਗ ਲਾਏ ਬਣਾ, ਇਹ ਬਜਾਈ ਨਹੀਂ ਹੁੰਦੀ ਅੱਗ ਲਾਏ ਬਣਾ, ਕਣਕ ਕਿਵੇਂ ਹੋਊਗੀ? ਬਿਲਕੁਲ ਸਾਫ਼ ਤੌਰ ਤੇ ਤੁਸੀਂ ਕਿਸਾਨਾਂ ਨੂੰ ਸੁਣਿਆ, ਸਾਫ਼ ਤੌਰ ਤੇ, ਕਿਉਂਕਿ ਕਿਸਾਨਾਂ ਦੀ ਆਪਣੀ ਮਜਬੂਰੀ ਹੈ, ਸਰਕਾਰਾਂ ਆਪਣੀ ਮਜਬੂਰੀ ਦੱਸਦੀਆਂ ਨੇ। ਪਰ ਇਸੇ ਚੀਜ਼ ਨੂੰ ਲੈ ਕੇ ਜਿਹੜੀ ਵੱਡੇ ਪੱਧਰ ਦੇ ਉੱਪਰ ਹੁਣ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਜਾਂ ਪ੍ਰਸ਼ਾਸਨ ਦੇ ਅਧਿਕਾਰੀਆਂ ਵਿਚਾਲੇ ਟਕਰਾਅ ਹੋਣ ਦੀ ਸਥਿਤੀ ਬਣੇਗੀ। ਕਿਉਂਕਿ ਕਿਸਾਨ ਕਹਿ ਰਹੇ ਨੇ ਕਿ ਪਰਾਲੀ ਨੂੰ ਅੱਗ ਲਾਏ ਬਿਨਾਂ ਕੋਈ ਹੱਲ ਨਹੀਂ ਹੈਗਾ। ਜਿੰਨਾ ਚਿਰ ਖੇਤ ਖਾਲੀ ਨਹੀਂ ਹੋਣਗੇ, ਖੇਤ ਸਾਫ਼ ਨਹੀਂ ਹੋਣਗੇ, ਤਾਂ ਕਣਕ ਦੀ ਬਿਜਾਈ ਨਹੀਂ ਕੀਤੀ ਜਾਊਗੀ। ਅਗਰ ਅਸੀਂ ਅੱਗ ਲਗਾਏ ਬਿਨਾਂ ਜੋ ਸੰਦ ਖੇਤੀਬਾੜੀ ਮਹਿਕਮਾ ਜਾਂ ਸਰਕਾਰ ਮੁਹੱਈਆ ਕਰਵਾ ਰਹੀ ਆ ਉਸ ਦੇ ਨਾਲ ਬਿਜਾਈ ਕਰਾਂਗੇ ਤਾਂ ਖੇਤਾਂ ਦੇ ਵਿੱਚ ਇੱਕ ਸੁੰਡ ਪੈਦਾ ਹੁੰਦਾ ਹੈ, ਜਿਸ ਨੇ ਪਿਛਲੀ ਵਾਰ ਵੱਡੇ ਪੱਧਰ ਤੇ ਨੁਕਸਾਨ ਕਰਿਆ। ਭਾਵੇਂ ਕਿ ਖੇਤੀਬਾੜੀ ਮਹਿਕਮਾ ਇਸ ਨੂੰ ਨਹੀਂ ਮੰਨਦਾ ਰਿਹਾ, ਕਿਉਂਕਿ ਇਸੇ ਵਾਰ ਨੂੰ ਲੈ ਕੇ ਖਬਰਾਂ ਵੀ ਸਾਹਮਣੇ ਆਈਆਂ ਨੇ। ਪਰ ਇੱਕ ਚੀਜ਼ ਹੋਰ ਵੀ ਹੈ, ਜਦੋਂ ਕਰੋੜਾਂ ਰੁਪਏ ਕਿਸਾਨਾਂ ਨੂੰ ਸਬਸਿਡੀ ਦੇ ਨਾਮ ਦੇ ਉੱਪਰ, ਇਹਨਾਂ ਸੰਦਾਂ ਦੇ ਨਾਮ ਦੇ ਉੱਪਰ ਦਿੱਤੇ ਜਾਂਦੇ ਨੇ, ਤਾਂ ਫਿਰ ਪਹਿਲਾਂ ਹੀ ਜਿਵੇਂ ਬਾਈ ਜੀ ਨੇ ਕਿਹਾ ਕਿ ਪਹਿਲਾਂ ਇਹ ਟ੍ਰਾਇਲ ਆਪਣੇ ਉੱਪਰ ਕਿਉਂ ਨਹੀਂ ਕੀਤੇ ਜਾਂਦੇ, ਪਹਿਲਾਂ ਇਹ ਟ੍ਰਾਇਲ ਖੇਤੀਬਾੜੀ ਮਹਿਕਮਾ ਆਪਣੀਆਂ ਜ਼ਮੀਨਾਂ ਦੇ ਵਿੱਚ ਕਿਉਂ ਨਹੀਂ ਕਰਦਾ ਕਿ ਜੋ ਮਸ਼ੀਨ ਇੱਕ ਵਾਰ ਸਹੀ ਤਕਨੀਕ ਦੇ ਨਾਲ ਤਿਆਰ ਹੋ ਚੁੱਕੀ ਹੈ ਉਹੀ ਕਿਸਾਨਾਂ ਤੱਕ ਮੁਹੱਈਆ ਕਰਾਈ ਜਾਵੇ। ਕਿਉਂਕਿ ਅਗਰ ਮੰਨ ਲਈਏ ਜੇ ਅਗਰ ਇੱਕ ਕਿਸਾਨ ਦੇ ਕੋਲ 2.5 ਏਕੜ ਜ਼ਮੀਨ ਹੈ ਤਾਂ ਉਸ ਨੂੰ ਝੋਨੇ ਦੀ ਫਸਲ ਤੋਂ ਆਮਦਨ ਸਿਰਫ ਮਹਿਜ 1,10,20,000 ਰੁਪਇਆ ਹੀ ਹੁੰਦੀ ਹੈ, ਤੇ ਜਦ ਕਿ ਉਹਦੇ ਬੱਚੇ ਦੇ ਸਕੂਲ ਦੀ ਫੀਸ ਹੀ ਲੱਖ ਰੁਪਏ ਤੋਂ ਉੱਪਰ ਢੁਕਦੀ ਹੈ। ਜਦ ਕਿ ਜਿਹੜੇ ਸੰਦ ਨੇ ਇਹ ਸੰਦ 2 ਲੱਖ ਰੁਪਏ ਤੋਂ ਉੱਪਰ ਸਟਾਰਟ ਹੁੰਦੇ ਨੇ। ਭਾਵੇਂ ਕਿ ਸਰਕਾਰ ਲੱਖ ਰੁਪਏ ਦੀ ਸਬਸਿਡੀ ਦੇਣ ਦੀ ਗੱਲ ਕਰਦੀ ਆ, ਪਰ ਅਗਰ ਇੱਕ ਸੰਦ ਇਸ ਸਮੇਂ ਲੈਤਾ ਗਿਆ ਤੇ ਅਗਲੀ ਵਾਰ ਨਵੀਂ ਤਕਨੀਕ ਆਉਂਦੀ ਆ ਤਾਂ ਨਵਾਂ ਸੰਦ ਲੈਣਾ, ਤਾਂ ਉਹ ਕਿਸ ਤਰ੍ਹਾਂ ਭਰਪਾਈ ਹੋ ਸਕਦੀ ਹੈ। ਤਾਂ ਇਸ ਵਾਰ ਅਗਰ ਦਿੱਲੀ ਦੇ ਵਿੱਚ ਧੂੰਆਂ ਰੋਕਣਾ ਹੈ ਤਾਂ ਜਾਂ ਤਾਂ ਸਰਕਾਰਾਂ ਦੀ ਮੰਨਣੀ ਪਏਗੀ, ਸਰਕਾਰਾਂ ਨੂੰ ਇਸ ਦਾ ਕਿਸਾਨਾਂ ਦੀ ਮੰਨਣੀ ਪਏਗੀ, ਤਾਂ ਸਰਕਾਰਾਂ ਨੂੰ ਇਸ ਦਾ ਕੋਈ ਬਦਲ ਦੇਣਾ ਪਏਗਾ। ਇਹਨਾਂ ਦੀ ਫਸਲ ਦੇ ਉਲਟ ਕੋਈ ਹੋਰ ਫਸਲ ਦੇਣੀ ਪਏਗੀ ਤਾਂ ਜਿਸ ਨੂੰ ਅੱਗ ਨਾ ਲਾਉਣੀ ਪਵੇ। ਤਾਂ ਜਿਵੇਂ ਬਾਪੂ ਜੀ ਕਹਿ ਰਹੇ ਸੀ ਕਿ ਪੁਰਾਣੇ ਸਮੇਂ ਚੰਗੇ ਸੀ, ਉਸ ਸਮੇਂ ਖੇਤਾਂ ਦੇ ਵਿੱਚ ਅਸੀਂ ਫਸਲ ਲਗਾਉਂਦੇ ਸੀ, ਨਾ ਕਦੇ ਅੱਗ ਲਾਉਣ ਦੀ ਲੋੜ ਪੈਂਦੀ ਸੀ, ਨਾ ਮਹਿੰਗੀ ਮਸ਼ੀਨਰੀ ਦੀ ਲੋੜ ਪੈਂਦੀ ਸੀ। ਅਗਰ ਸੰਦ ਵੀ ਮਿਲ ਜਾਂਦੇ ਨੇ ਤਾਂ ਉਸ ਨੂੰ ਖਰੀਦਣ ਦੇ ਲਈ ਵੱਡੇ ਹਾਰਸ ਪਾਵਰ ਦੇ ਟਰੈਕਟਰਾਂ ਦੀ ਜ਼ਰੂਰਤ ਪੈਂਦੀ ਆ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਰਹਿਣਗੇ, ਕਿਉਂਕਿ ਜਦੋਂ ਝੋਨੇ ਦਾ ਸੀਜ਼ਨ ਖਤਮ ਹੋਏਗਾ ਤਾਂ ਮੈਚ 10 ਦਿਨਾਂ ਦੇ ਵਿੱਚ ਹੀ ਕਿਸਾਨਾਂ ਨੇ ਕਣਕ ਦੀ ਬਿਜਾਈ ਕਰਨੀ ਹੁੰਦੀ ਹੈ। ਵਿੱਕੀ ਭੁੱਲਰ, ਪੰਜਾਬ ਤੱਕ, ਸੰਗਰੂਰ।